ਸ਼ੇਰ ਧਰਤੀ ਦਾ ਅਸਲੀ ਬਾਦਸ਼ਾਹ ਹੈ, ਪਰ ਇਹ ਵੀ ਹੀਨਿਆਨ ਦੁਆਰਾ ਮਾਰਿਆ ਜਾ ਸਕਦਾ ਹੈ। ਬਾਜ ਨੂੰ ਹਵਾਵਾਂ ਦਾ ਬਾਦਸ਼ਾਹ ਮੰਨਿਆ ਜਾ ਸਕਦਾ ਹੈ, ਪਰ ਰਾਤ ਵਿੱਚ ਇਹ ਉੱਲੂਆਂ ਦੇ ਸਾਹਮਣੇ ਬਿਲਕੁਲ ਬੇਬਸ ਹੁੰਦਾ ਹੈ। ਅਤੇ ਜੇ ਅਸੀਂ ਜਲ ਜੀਵਨ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਆਰਕਾ ਮੱਛੀ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਪਰ ਇਹ ਸੱਚ ਨਹੀਂ ਹੈ। ਅੱਜ ਤੁਸੀਂ ਜਾਣੋਗੇ ਕਿ ਆਰਕਾ ਨੂੰ ਵੀਲ ਮੱਛੀ ਦੀ ਜੀਭ ਦੀ ਲੋੜ ਕਿਉਂ ਹੁੰਦੀ ਹੈ, ਉਹ ਕਿਵੇਂ ਹੋਰ ਜਾਨਵਰਾਂ ਨਾਲ ਖੇਡਦੇ ਹਨ, ਕਿਵੇਂ ਤਟਾਨ ਤੇ ਹਮਲਾ ਕਰਦੇ ਹਨ, ਅਤੇ ਆਖਰ ਵਿੱਚ ਕਿਹੜੇ ਜਾਨਵਰ ਕੋਲ ਸਮੁੰਦਰ ਦੇ ਬਾਦਸ਼ਾਹ ਨੂੰ ਮਾਰਨ ਦਾ ਮੌਕਾ ਹੈ। ਚੱਲੋ ਸ਼ੁਰੂ ਕਰੀਏ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਆਰਕਾ ਕੀ ਹਨ। ਇਹ ਵੱਡੇ, ਕਾਲੇ ਅਤੇ ਚਿੱਟੇ ਸ਼ਿਕਾਰੀ ਅਤੇ ਬਹੁਤ ਹੀ ਚਾਲਾਕ ਹੁੰਦੇ ਹਨ। ਕੋਈ ਮਜ਼ਾਕ ਨਹੀਂ ਇਹ ਸਮਝਣ ਲਈ ਕਿ ਆਰਕਾ ਇੱਕ ਸ਼ਿਕਾਰੀ ਵਜੋਂ ਕਿੰਨੇ ਤਾਕਤਵਰ ਹਨ। ਇਹ ਕਹਿਣਾ ਕਾਫੀ ਹੈ ਕਿ ਉਹ ਹਰ ਸ਼ਿਕਾਰ ਲਈ ਇੱਕ ਸੋਚੀ ਸਮਝੀ ਯੋਜਨਾ ਬਣਾਉਂਦੇ ਹਨ। ਜੋ ਵੀ ਉਹਨਾਂ ਦਾ ਅਗਲਾ ਸ਼ਿਕਾਰ ਹੁੰਦਾ ਹੈ ਉਸ ਤੇ ਨਿਰਭਰ ਕਰਕੇ ਆਰਕਾ, ਜੋ ਲਗਭਗ ਹਮੇਸ਼ਾ ਟੋਲੀਆਂ ਵਿੱਚ ਸ਼ਿਕਾਰ ਕਰਦੇ ਹਨ, ਇੱਕ ਖਾਸ ਰਣਨੀਤੀ ਚੁਣਦੇ ਹਨ। ਉਦਾਹਰਨ ਲਈ, ਜਦੋਂ ਉਹ ਇੱਕ ਸ਼ਾਰਕ ਦਾ ਸ਼ਿਕਾਰ ਕਰਦੇ ਹਨ ਤਾਂ ਉਹਨੂੰ ਗੋਲ-ਗੋਲ ਘੁੰਮ ਕੇ ਬੇਹੋਸ਼ ਕਰਦੇ ਹਨ। ਛੋਟੀਆਂ ਮੱਛੀਆਂ ਦੇ ਟੋਲੇ ਲਈ ਹਵਾ ਦੇ ਬੁਲਬਲੇ ਦੀ ਘੇਰਾਬੰਦੀ ਕਾਫੀ ਹੁੰਦੀ ਹੈ, ਅਤੇ ਜਦੋਂ ਗੱਲ ਵੱਡੀਆਂ ਵਹੇਲਾਂ ਦੀ ਆਉਂਦੀ ਹੈ ਤਾਂ ਸੀਨ ਖੁਦ ਦੇਖ ਸਕਦੇ ਹੋ। ਹਮਲਾ ਇੱਕ ਬੇਰਹਿਮ ਪਰ ਸਫਲ ਯੋਜਨਾ ਮੁਤਾਬਕ ਹੁੰਦਾ ਹੈ। ਆਰਕਾ ਵਾਰੀ ਟਕਰਾ ਮਾਰਦੇ, ਕੱਟਦੇ ਅਤੇ ਵਹੇਲ ਨੂੰ ਪਿਛਲੇ ਪੱਖਾਂ ਤੋਂ ਖਿੱਚਦੇ ਹਨ, ਅਤੇ ਆਮ ਤੌਰ ਤੇ ਆਪਣੇ ਸ਼ਿਕਾਰ ਨੂੰ ਥਕਾ ਦਿੰਦੇ ਹਨ। ਹਾਲਾਂਕਿ ਆਕਾਰ ਵਿੱਚ ਵੱਡਾ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਹਮਲੇ ਤੋਂ ਕੋਈ ਵੀ ਥੱਕ ਜਾਂਦਾ ਹੈ। ਕੁਝ ਕਲਪਨਾ ਕਰੋ ਕਿ ਇੱਕ ਸਮੇਂ ਵਿੱਚ ਤੁਹਾਨੂੰ ਕਈ ਮੱਧਮ ਆਕਾਰ ਦੇ ਕੁੱਤੇ ਕੱਟ ਰਹੇ ਹੋਣ ਅਤੇ ਫਿਰ ਉਹ ਤੁਹਾਨੂੰ ਡੁਬਾਉਣ ਦੀ ਕੋਸ਼ਿਸ਼ ਕਰਦੇ ਹਨ। ਹਾਂ, ਆਰਕਾ ਵਹੇਲ ਦੀ ਸਾਹ ਲੈਣ ਵਾਲੀ ਸੁਰਾਖ ਨੂੰ ਰੋਕ ਲੈਂਦੇ ਹਨ, ਅਤੇ ਕਈ ਘੰਟਿਆਂ ਤੱਕ ਚੱਲਣ ਵਾਲੀ ਇਸ ਦੌੜ ਤੋਂ ਬਾਅਦ ਥੱਕਾ ਹੋਇਆ ਰਾਕਸ਼ ਡੁੱਬ ਜਾਂਦਾ ਹੈ। ਵਹੇਲਾਂ ਵੀ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ। ਉਹਨਾਂ ਵਿੱਚੋਂ ਕੁਝ, ਖਾਸ ਤੌਰ ਤੇ ਨਵੇਂ ਜਨਮੇ ਆਰਕਿਆਂ ਨਾਲੋਂ ਜ਼ਿਆਦਾ ਵੱਡੇ ਨਹੀਂ ਹੁੰਦੇ। ਪਰ ਨੀਲੀ ਵਹੇਲ ਬਾਰੇ ਕੀ ਕਿਹਾ ਜਾਂਦਾ ਹੈ ਕਿ ਇਹ ਸਾਡੀ ਧਰਤੀ ਤੇ ਕਦੇ ਵਜੂਦ ਵਿੱਚ ਆਇਆ ਸਭ ਤੋਂ ਵੱਡਾ ਜੀਵ ਹੈ। ਇਸ ਦਾ ਵਜ਼ਨ 190 ਟਨ ਤੋਂ ਵੀ ਵੱਧ ਹੈ। ਇਹੀ ਹੈ ਜੋ ਅਸੀਂ ਖਾਣੇ ਵਾਲੇ ਹਾਂ। ਪੁੱਠਾ ਕੌਮਾ ਆਰਕਿਆਂ ਨੇ ਸੋਚਿਆ ਹੋਵੇਗਾ, ਅਤੇ ਉਹ ਇਸ ਨੂੰ ਟੱਕਰ ਮਾਰਦੇ ਹਨ। ਹੁਣ ਸੋਚੋ, ਕਈ ਆਰਕਾ, ਜੋ ਦਰਅਸਲ ਦੰਦ ਵਾਲੀ ਡੋਲਫਿਨ ਹੀ ਹਨ, ਨੇ ਨੀਲੀ ਵਹੇਲ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ। ਇਤੋਂ ਤੱਕ ਕਿ ਇੱਕ ਰਾਕਸ਼ ਵੀ ਉਹਨਾਂ ਨਾਲ ਪੰਗਾ ਲੈਣਾ ਪਸੰਦ ਨਹੀਂ ਕਰਦਾ। ਪਰ ਆਰਕਿਆਂ ਦਾ ਸਭ ਤੋਂ ਆਮ ਸ਼ਿਕਾਰ ਨਵੀਂ ਜਨਮੀ ਵਹੇਲਾਂ ਹਨ। ਇਹ ਇੰਨਾ ਆਮ ਹੈ ਕਿ ਵਹੇਲ ਹਾਲਾਂਕਿ ਕੁਝ ਸਮੇਂ ਹੋਰ ਪ੍ਰਜਾਤੀਆਂ ਦੇ ਬੱਚਿਆਂ ਦੀ ਵੀ ਰੱਖਿਆ ਕਰਦੀਆਂ ਹਨ। ਉਦਾਹਰਨ ਲਈ, ਇੱਕ ਵਾਰ ਹੰਪਬੈਕ ਵਹੇਲਾਂ ਨੂੰ ਇੱਕ ਛੋਟੀ ਸਲੇਟੀ ਵਹੇਲ ਦੀ ਰੱਖਿਆ ਕਰਦੇ ਹੋਏ ਵੇਖਿਆ ਗਿਆ ਸੀ। ਹਾਲਾਂਕਿ ਇਹ ਪਹਿਲਾਂ ਹੀ ਮਰ ਚੁੱਕੀ ਸੀ। ਉਹਨਾਂ ਨੇ ਸਿਰਫ ਕਾਤਲ ਮੱਛੀ ਨੂੰ ਉਸ ਦਾ ਕੰਮ ਮੁਕੰਮਲ ਕਰਨ ਨਹੀਂ ਦਿੱਤਾ। ਸ਼ਾਇਦ ਇਸ ਲਈ ਕਿ ਉਹ ਜਾਣਦੇ ਹਨ ਕਿ ਸ਼ਿਕਾਰ ਨਾਲ ਕੀ ਹੁੰਦਾ ਹੈ, ਕਿਉਂਕਿ ਆਰਕਾ ਬਹੁਤ ਹੀ ਚੋਸਣ ਵਾਲੇ ਹੁੰਦੇ ਹਨ। ਹੰਪਬੈਕ ਵਹੇਲਾਂ ਦੇ ਬੱਚੇ ਉਹਨਾਂ ਦੇ ਮਨਪਸੰਦ ਪਦਾਰਥਾਂ ਵਿੱਚੋਂ ਇੱਕ ਹਨ, ਅਤੇ ਆਰਕਾ ਅਕਸਰ ਸਿਰਫ ਉਹਨਾਂ ਦੀਆਂ ਜੀਭਾਂ ਖਾਂਦੇ ਹਨ ਅਤੇ ਬਾਕੀ ਦੇ ਸਰੀਰ ਨੂੰ ਗਿੱਦੜਾਂ ਲਈ ਛੱਡ ਦਿੰਦੇ ਹਨ। ਕਿਉਂ? ਖੈਰ, ਸ਼ਾਇਦ ਇਹ ਬਹੁਤ ਸਵਾਦਲਾ ਹੁੰਦਾ ਹੈ। ਵੱਖਰਾ ਇਹੋ ਜਿਹਾ ਕੁਝ ਸ਼ਾਰਕਾਂ ਨਾਲ ਵੀ ਹੁੰਦਾ ਹੈ। ਆਰਕਾ ਸਿਰਫ ਉਹਨਾਂ ਦਾ ਜਿਗਰ ਖਾਂਦੇ ਹਨ, ਕਿਉਂਕਿ ਇਸ ਵਿੱਚ ਲਾਭਕਾਰੀ ਪਦਾਰਥ ਹੁੰਦੇ ਹਨ। ਸਾਰੀ ਗੱਲ ਕਰੀਏ ਤਾਂ ਸ਼ਾਰਕ ਕਿਸੇ ਹਿੱਸੇ ਵਿੱਚ ਵਿਟਾਮਿਨ ਵਰਗੇ ਹੁੰਦੇ ਹਨ। ਅਤੇ ਤੁਸੀਂ ਜਾਣਦੇ ਹੋ, ਮੈਂ ਇੱਥੇ ਇਹ ਗੱਲ ਕਰ ਰਿਹਾ ਹਾਂ ਕਿ ਆਰਕਾ ਕਿਵੇਂ ਵੱਖ-ਵੱਖ ਸਮੁੰਦਰੀ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਕੀ ਕੋਈ ਉਹਨਾਂ ਦੇ ਮੁਕਾਬਲੇ ਲਈ ਖੜਾ ਹੋ ਸਕਦਾ ਹੈ? ਜਦੋਂ ਤੱਕ ਇਹ ਸ਼ੁੱਕਰ ਮੱਛੀ ਤੇ ਨਹੀਂ ਆਉਂਦਾ, ਆਰਕਾ ਇਸ ਪ੍ਰਜਾਤੀ ਦੀਆਂ ਮਾਦਾਵਾਨ ਅਤੇ ਬੱਚਿਆਂ ਦਾ ਸ਼ਿਕਾਰ ਕਰਦੇ ਹਨ, ਪਰ ਨਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਸ਼ੁੱਕਰ ਮੱਛੀ ਦੀ ਭਾਰੀ ਅਤੇ ਤਾਕਤਵਰ ਪੂੰਛ ਘਾਤਕ ਚੋਟਾਂ ਦੇ ਸਕਦੀ ਹੈ। ਇਹਨਾਂ ਚੋਟਾਂ ਦੀ ਸਹੀ ਤਾਕਤ ਅਜੇ ਤੱਕ ਪਤਾ ਨਹੀਂ ਹੈ, ਪਰ ਇੱਕ ਵੱਡਾ ਸ਼ੁੱਕਰ ਮੱਛੀ ਕਰੀਬ 99 ਟਨ ਦਾ ਹੁੰਦਾ ਹੈ। ਇਹ ਇੱਕ ਰੂਟਮਾਸਟਰ ਡਬਲ ਡੇਕਰ ਬੱਸ ਦੇ ਆਕਾਰ ਦਾ 10 ਗੁਣਾ ਹੈ। ਆਰਕਾ ਦਾ ਕੋਈ ਮੌਕਾ ਨਹੀਂ ਹੋਵੇਗਾ ਜੇ ਸ਼ੁੱਕਰ ਮੱਛੀ ਥੋੜਾ ਜ਼ਿਆਦਾ ਹਮਲਾ ਕਰਦਾ, ਤੇ ਅਗਰ ਇਹ ਹੋਰ ਸਮਰੱਥ ਹੋਵੇ। ਜ਼ਿਆਦਾਤਰ ਵਹੇਲ ਬਹੁਤ ਵੱਡੇ ਹੁੰਦੇ ਹਨ, ਪਰ ਉਹ ਸੱਚਮੁੱਚ ਬਹੁਤ ਸਮਝਦਾਰ ਨਹੀਂ ਹੁੰਦੇ। ਇਹ ਲੱਗਦਾ ਹੈ ਕਿ ਉਹਨਾਂ ਕੋਲ ਸਿਰਫ ਆਪਣੀਆਂ ਪੂਛਾਂ ਹਨ। ਜੇ ਉਹੀ ਸ਼ੁੱਕਰ ਮੱਛੀ ਮਨੁੱਖ ਵਰਗਾ ਸਮਰੱਥ ਹੁੰਦਾ ਤਾਂ ਕੀ ਹੁੰਦਾ? ਸੁਣੋ ਤੁਸੀਂ, ਹਾਂ, ਸਕਰੀਨ ਦੇ ਪਾਰ ਵਾਲੇ, ਤੁਸੀਂ ਕੀ ਕਰੋਗੇ ਜੇ ਤੁਹਾਡੇ ਉੱਤੇ ਇੱਕ ਆਰਕਾ ਹਮਲਾ ਕਰ ਦੇਵੇ? ਪੱਕਾ ਤੌਰ ਤੇ ਤੁਸੀਂ ਜਲਦੀ ਮੁੜਦੇ ਅਤੇ ਉਸ ਨੂੰ ਪੂਛ ਨਾਲ ਮਾਰਦੇ, ਜਾਂ ਸ਼ਾਇਦ ਤੁਸੀਂ ਆਪਣੇ ਦੰਦਾਂ ਦਾ ਉਪਯੋਗ ਕਰ ਸਕਦੇ ਹੋ। ਉਹਨਾਂ ਵਿੱਚੋਂ ਹਰ ਇੱਕ ਦਾ ਵਜ਼ਨ 2.2 ਪਾਉਂਡ ਹੁੰਦਾ ਹੈ। ਇਹਨੂੰ ਵਰਤਣਾ ਬਹੁਤ ਵਧੀਆ ਹੋਵੇਗਾ। ਇੱਕ ਹੋਰ ਸ਼ਿਕਾਰੀ ਜੋ ਆਰਕਾ ਨਾਲ ਮੁਕਾਬਲਾ ਕਰ ਸਕਦਾ ਹੈ, ਉਹ ਹੈ ਵੱਡਾ ਚਿੱਟਾ ਸ਼ਾਰਕ। ਤੁਸੀਂ ਜਾਣਦੇ ਹੋ, ਉਹ ਖਤਰਨਾਕ ਜੋ ਡਰਾਉਣੀ ਅੱਖਾਂ ਵਾਲਾ ਹੈ। ਆਰਕਾ ਚਿੱਟੇ ਸ਼ਾਰਕਾਂ ਦੇ ਇਕਲੌਤੇ ਕੁਦਰਤੀ ਦੁਸ਼ਮਣ ਮੰਨੇ ਜਾਂਦੇ ਹਨ, ਅਤੇ ਜੇ ਸ਼ਾਰਕ ਪਹਿਲਾਂ ਕੱਟਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਦੇ ਰੇਜ਼ਰ ਨੁਕਲੀ ਦੰਦਾਂ ਦੀਆਂ ਕਤਾਰਾਂ ਸਭ ਤੋਂ ਮੋਟੀ ਖਾਲ ਨੂੰ ਵੀ ਭੇਜ ਸਕਦੀਆਂ ਹਨ। ਮੈਨੂੰ ਲੱਗਦਾ ਹੈ ਕਿ ਜੇ ਸ਼ਾਰਕ ਪਹਿਲਾਂ ਹਮਲਾ ਕਰੇ ਤਾਂ ਇਹ ਜੰਗ ਜਿੱਤ ਸਕਦੀ ਹੈ। ਜੇ ਨਹੀਂ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਸੀ, ਇੱਕ ਖਾਸ ਸ਼ਿਕਾਰੀ ਰਣਨੀਤੀ ਖੇਡ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਕਾਤਲ ਵਹੇਲ ਆਪਣੀ ਚੌੜੀ ਪੂਛ ਨਾਲ ਸ਼ਾਰਕ ਨੂੰ ਸਤਹ ਤੱਕ ਧੱਕ ਦਿੰਦੀ ਹੈ, ਫਿਰ ਉਸ ਨੂੰ ਬੇਹੋਸ਼ ਕਰ ਦਿੰਦੀ ਹੈ, ਅਤੇ ਫਿਰ ਕਾਤਲ ਵਹੇਲ, ਜਿਵੇਂ ਕਿ ਉਸ ਨੂੰ ਸ਼ਾਰਕ ਦੇ ਜੀਵ ਵਿਗਿਆਨ ਦੀ ਜਾਣਕਾਰੀ ਹੈ, ਆਪਣੇ ਸ਼ਿਕਾਰ ਨੂੰ ਘੁਮਾਉਂਦੀ ਹੈ ਅਤੇ ਉਸ ਨੂੰ ਮਤਪਰਮਿਤ ਅਤੇ ਪੈਰਾਲਾਈਜ਼ ਕਰ ਦਿੰਦੀ ਹੈ। ਖੁਸ਼ਾਮਦੀਦ ਖਾਣਾ। ਤਾਂ ਆਖਰ ਕੌਣ ਇੱਕ ਆਰਕਾ ਨੂੰ ਹਰਾ ਸਕਦਾ ਹੈ? ਮੈਂ ਜ਼ਹਿਰੀ ਮੱਛੀਆਂ ਬਾਰੇ ਸੋਚਿਆ, ਪਰ ਉਹ ਸਿਰਫ ਮੈਨੂ ਦਾ ਹਿੱਸਾ ਹਨ। ਸਮੁੰਦਰੀ ਮਗਰਮੱਛਾਂ ਦੀ ਕੱਟਣ ਦੀ ਸ਼ਕਤੀ ਅਤਿਅੰਤ ਸ਼ਕਤੀਸ਼ਾਲੀ ਹੁੰਦੀ ਹੈ, ਅਤੇ ਉਹਨਾਂ ਦੀ ਖਾਲ ਇੰਨੀ ਮੋਟੀ ਹੁੰਦੀ ਹੈ ਕਿ ਕੋਈ ਵੀ ਆਰਕਾ ਉਸ ਨੂੰ ਕੱਟ ਨਹੀਂ ਸਕਦਾ। ਪਰ ਮਗਰਮੱਛ ਦੇ ਜਬੜੇ ਇਸ ਕਦਰ ਵੱਡੇ ਨਹੀਂ ਖੁੱਲਦੇ ਕਿ ਉਹ ਕੁਝ ਮਹੱਤਵਪੂਰਨ ਹਿੱਸਾ ਕੱਟ ਸਕੇ। ਸ਼ਾਇਦ ਤੁਹਾਡੇ ਕੋਲ ਕੁਝ ਵਿਚਾਰ ਹੋਣ, ਕਮੈਂਟ ਵਿੱਚ ਲਿਖੋ ਅਤੇ ਅਸੀਂ ਜ਼ਰੂਰ ਉਹਨਾਂ ਨੂੰ ਪੜ੍ਹਾਂਗੇ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਆਰਕਾ ਕੋਲ ਕਈ ਸੁਧਰੇ ਹੋਏ ਸ਼ਿਕਾਰ ਕਰਨ ਦੇ ਤਰੀਕੇ ਹਨ ਜੋ ਉਹ ਆਪਣੀ ਸ਼ਿਕਾਰ ਅਤੇ ਭੂਮਿਕਾ ਦੇ ਅਨੁਸਾਰ ਵਰਤਦੇ ਹਨ।
ਮੈਨੂੰ ਨਹੀਂ ਪਤਾ, ਸ਼ਾਇਦ ਉਹਨਾਂ ਦੇ ਮਿਜਾਜ ਤੇ ਵੀ ਨਿਰਭਰ ਕਰਦਾ ਹੋਵੇ, ਜਾਂ ਸ਼ਾਇਦ ਉਹ ਆਪਣੀ ਰਾਸ਼ੀਫਲ ਦੀ ਜਾਂਚ ਕਰਦੇ ਹੋਣ। ਪਰ ਇੱਕ ਤਰੀਕਾ ਖਾਸ ਤੌਰ ਤੇ ਮੇਰੇ ਦਿਮਾਗ ਵਿੱਚ ਵਸ ਗਿਆ। ਹੱਥਾਂ ਜਾਂ ਫਿੰਸ ਨੂੰ ਦੇਖੋ। ਮੋਰਾਂ ਅਕਸਰ ਆਰਾਮ ਕਰਨ ਲਈ ਬਰਫ਼ ਦੇ ਟੁਕੜਿਆਂ ਤੇ ਪਾਣੀ ਤੋਂ ਬਾਹਰ ਆ ਜਾਂਦੀਆਂ ਹਨ। ਉੱਥੇ ਉਹਨਾਂ ਨੂੰ ਕੁਝ ਵੀ ਖਤਰਾ ਨਹੀਂ ਹੁੰਦਾ, ਜਿਸ ਦਾ ਮਤਲਬ ਹੈ ਕਿ ਉਹ ਸੁਰੱਖਿਅਤ ਤਰੀਕੇ ਨਾਲ ਲਹਿਰਾਂ ਤੇ ਆਰਾਮ ਕਰ ਸਕਦੀਆਂ ਹਨ। ਆਰਕਾ ਬਰਫ਼ ਦੇ ਟੁਕੜੇ ਤੇ ਚੜ੍ਹਨ ਲਈ ਬਹੁਤ ਭਾਰੀ ਹੁੰਦਾ ਹੈ ਅਤੇ ਮੋਰ ਨੂੰ ਖਾ ਨਹੀਂ ਸਕਦਾ, ਪਰ ਉਹ ਹਮੇਸ਼ਾ ਆਪਣੇ ਸਾਥੀਆਂ ਨੂੰ ਬੁਲਾ ਸਕਦਾ ਹੈ। ਕਈ ਸ਼ਿਕਾਰੀ ਇੱਕ ਕਤਾਰ ਵਿੱਚ ਖੜੇ ਹੁੰਦੇ ਹਨ, ਤੇਜ਼ੀ ਨਾਲ ਦੌੜਦੇ ਹਨ ਅਤੇ ਫਿਰ ਬਰਫ਼ ਦੇ ਟੁਕੜੇ ਦੇ ਸਾਹਮਣੇ ਬ੍ਰੇਕ ਕਰਦੇ ਹਨ। ਇੱਕ ਲਹਿਰ ਬਣਾਉਂਦੇ ਹਨ ਜੋ ਮੋਰ ਨੂੰ ਬਸ ਦੂਰ ਲੈ ਜਾਂਦੀ ਹੈ। ਸਾਰੇ ਆਰਕਾਂ ਨੂੰ ਸਿਰਫ ਇਸ ਨੂੰ ਪਾਣੀ ਵਿੱਚ ਫੜਨਾ ਪੈਂਦਾ ਹੈ। ਇੱਥੇ ਕੁਝ ਵੀ ਮੁਸ਼ਕਲ ਨਹੀਂ ਹੈ। ਉਹ ਇਹ ਸਭ ਸਮੇਂ ਕਰਦੇ ਹਨ। ਕਈ ਵਾਰੀ ਹਾਲਾਂਕਿ ਸ਼ਿਕਾਰ ਵਾਪਸ ਬਰਫ਼ ਦੇ ਟੁਕੜੇ ਤੇ ਚੜ੍ਹ ਜਾਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਫਿਰ ਵੱਡੀ ਲਹਿਰਾਂ ਦਾ ਹਮਲਾ ਫਿਰ ਦੁਹਰਾਇਆ ਜਾਂਦਾ ਹੈ। ਫਿਰ ਕੋਈ ਵੀ ਇੱਥੇ ਜਲਦੀ ਵਿੱਚ ਨਹੀਂ ਹੈ। ਤੁਸੀਂ ਜਾਣਦੇ ਹੋ, ਜਿਵੇਂ ਤੁਸੀਂ ਹੁਣ ਤੱਕ ਸਮਝ ਚੁੱਕੇ ਹੋਵੋਗੇ, ਆਰਕਾ ਬੁੱਧੀਮਾਨ ਨਿਰਮਮ ਸ਼ਿਕਾਰੀ ਹਨ ਜੋ। ਅਤੇ ਇਹ ਕੀ ਹੈ? ਹੋਰ ਇੱਕ, ਸ਼ਾਇਦ ਇਸ ਦਾ ਕੁਝ ਮਤਲਬ ਹੋ ਸਕਦਾ ਹੈ। ਹਾਂ, ਆਪਣੇ ਹੋਰ ਗੁਣਾਂ ਦੇ ਇਲਾਵਾ ਆਰਕਾ ਆਪਣੀ ਕਾਫੀ ਅਜੀਬ ਖੇਡਾਂ ਲਈ ਵੀ ਮਸ਼ਹੂਰ ਹਨ ਅਤੇ ਉਹ ਸੱਚਮੁੱਚ ਮਨੋਵਿਗਿਆਨੀ ਵਰਗਾ ਖੇਡਦੇ ਹਨ। ਸ਼ਬਦ ਸਹੀ ਹੈ, ਨਹੀਂ, ਗੰਭੀਰਤਾ ਨਾਲ ਦੇਖੋ। ਬਜਾਏ ਮੋਰ ਨੂੰ ਸਿੱਧਾ ਖਾਣ ਦੇ, ਆਰਕਾ ਇਸ ਨੂੰ ਬਾਲ ਵਜੋਂ ਵਰਤਦੇ ਹਨ। ਫਿਰ ਕਈ ਵਾਰੀ ਇਹ ਕਿਸਮ ਦੀ ਪ੍ਰੈਕਟਿਸ ਹੁੰਦੀ ਹੈ, ਸਿਰਫ ਆਪਣੇ ਸ਼ਿਕਾਰੀ ਹੁਨਰ ਨੂੰ ਬਰਕਰਾਰ ਰੱਖਣ ਲਈ। ਕਈ ਵਾਰ ਇਹ ਨਵੀਂ ਪੀੜ੍ਹੀ ਲਈ ਇੱਕ ਡੈਮੋਨਸਟ੍ਰੇਸ਼ਨ ਹੁੰਦੀ ਹੈ ਅਤੇ ਕਈ ਵਾਰ ਖੇਡ ਸਿਰਫ ਖੇਡ ਹੀ ਰਹਿੰਦੀ ਹੈ। ਆਰਕਾ ਬਸ ਇਸ ਲਈ ਮਾਰਦੇ ਹਨ ਕਿਉਂਕਿ ਉਹ ਬੋਰ ਹੋ ਜਾਂਦੇ ਹਨ। ਹੇ ਸਟੀਵ, ਅੱਜ ਰਾਤ ਕੀ ਕਰੀਏ? ਆਓ ਹੋਰ ਜਾਨਵਰਾਂ ਨੂੰ ਮਾਰਦੇ ਰਹੀਏ ਜਦ ਤੱਕ ਉਹ ਮਰ ਨਹੀਂ ਜਾਂਦੇ। ਵੇਖਣ ਵਾਲੀ ਗੱਲ ਇਹ ਹੈ ਕਿ ਸਿਰਫ ਮੋਰ ਹੀ ਨਹੀਂ ਪੀੜਤ ਹੁੰਦੇ। ਕਈ ਵਾਰੀ ਇਹ ਜਰੀ ਮੱਛੀ, ਕਛੂਆ ਜਾਂ ਇੱਥੋਂ ਤੱਕ ਕਿ ਪਿੰਗੁਇਨ ਵੀ ਹੁੰਦੇ ਹਨ। ਹੇ ਭਗਵਾਨ, ਇਹ ਤਾਂ ਪੰਛੀ ਹੈ ਤੁਹਾਡੇ ਲਈ, ਕਿਉਂਕਿ ਜੇਕਰ ਕੋਈ ਆਰਕਾ ਕਿਸੇ ਨੂੰ ਖਾਣ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਆਪਣੇ ਮਕਸਦ ਤੇ ਪਹੁੰਚੇਗਾ। ਉਹ ਮੋਰਾਂ ਜੋ ਕੰਧੇ ਦੇ ਨੇੜੇ ਪਹੁੰਚਣ ਵਾਲੀਆਂ ਹੁੰਦੀਆਂ ਹਨ, ਚੁਣੌਤੀ ਦੀ ਤਰ੍ਹਾਂ ਲੱਗਦੀਆਂ ਹਨ ਜਾਂ ਖੇਡਣ ਲਈ ਇੱਕ ਬਿਹਤਰੀਨ ਸ਼ਿਕਾਰ। ਅਤੇ ਤੁਸੀਂ ਇਸ ਸ਼ਿਕਾਰ ਦੇ ਤਰੀਕੇ ਨੂੰ ਕੀ ਕਹੋਗੇ? ਜਦੋਂ ਇੱਕ ਆਰਕਾ ਲਗਭਗ ਕੰਧੇ ਤੇ ਛਲਾਂਗ ਲਗਾ ਕੇ ਆਪਣੀ ਸ਼ਾਮ ਦੇ ਖਾਣੇ ਨੂੰ ਫੜਦਾ ਹੈ ਜੋ ਦੌੜਦਾ ਹੋਇਆ ਬਚਣ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ਸਮੁੰਦਰ ਵਿੱਚ ਕਾਫੀ ਹੋਰ ਸ਼ਿਕਾਰ ਨਾ ਹੋਵੇ, ਜਿਸ ਦੇ ਲਈ ਕੁਦਰਤ ਦੇ ਕਾਨੂੰਨ ਨੂੰ ਤੋੜਨਾ ਅਤੇ ਜ਼ਮੀਨ ਤੇ ਆਉਣਾ ਲਾਜ਼ਮੀ ਨਾ ਹੋਵੇ। ਪਰ ਫਿਰ ਵੀ ਇਸ ਨੂੰ ਦੇਖੋ, ਕੀ ਕਾਨੂੰਨ ਇਹ ਮੋਰ ਚਾਹੁੰਦਾ ਹੈ। ਕਈ ਵਾਰ ਇਹ ਇੱਛਾ ਆਰਕਾ ਲਈ ਗੰਭੀਰ ਸਮੱਸਿਆਵਾਂ ਵਿੱਚ ਬਦਲ ਸਕਦੀ ਹੈ। ਤੁਸੀਂ ਇੰਟਰਨੈਟ ਤੇ ਇਹਨਾਂ ਸ਼ਿਕਾਰੀਆਂ ਦੇ ਕਈ ਵੀਡੀਓਜ਼ ਵੇਖ ਸਕਦੇ ਹੋ ਜੋ ਸ਼ਿਕਾਰ ਵਿੱਚ ਬਹੁਤ ਹੀ ਮਸ਼ਗੂਲ ਹੋ ਗਏ, ਜਵਾਰ ਨੂੰ ਗੁਆ ਦਿੱਤਾ ਅਤੇ ਹਾਂ, ਸਹੀ ਹੈ, ਉਹ ਫਸ ਗਏ। ਮੈਂ ਸੱਚਮੁੱਚ ਦੂਰੋਂ ਮੋਰਾਂ ਨੂੰ ਹੱਸਦੇ ਸੁਣ ਸਕਦਾ ਹਾਂ। ਇਹਨਾਂ ਸ਼ਰਤਾਂ ਵਿੱਚ ਆਰਕਾ ਕੋਲ ਸਿਰਫ ਇੱਕ ਹੀ ਰਾਹ ਬਚਦਾ ਹੈ, ਲੋਕਾਂ ਤੋਂ ਮਦਦ ਮੰਗੋ ਅਤੇ ਸਮੁੰਦਰ ਵਿੱਚ ਵਾਪਸ ਆਉਣ ਲਈ ਜਵਾਰ ਦਾ ਇੰਤਜ਼ਾਰ ਕਰੋ। ਬੇਸ਼ੱਕ ਕੋਈ ਵੀ 3 ਤੋਂ 5 ਟਨ ਵਜ਼ਨ ਵਾਲੇ ਇਸ ਵੱਡੇ ਜਾਨਵਰ ਨੂੰ ਆਪਣੇ ਆਪ ਪਾਣੀ ਵਿੱਚ ਨਹੀਂ ਖਿੱਚ ਸਕਦਾ। ਅਤੇ ਜੇਕਰ ਕੋਲ ਕੋਈ ਲੋਕ ਨਹੀਂ ਹਨ, ਫਿਰ ਕੁਦਰਤੀ ਚੋਣ ਦੀ ਕਾਰਵਾਈ। ਮੈਂ ਇਹ ਨਹੀਂ ਕਹਿ ਸਕਦਾ ਕਿ ਬਿਨਾਂ ਮਨੁੱਖੀ ਮਦਦ ਦੇ ਆਰਕਾ ਦੀ ਆਬਾਦੀ ਘੱਟ ਹੋ ਜਾਵੇਗੀ, ਪਰ ਨਿਸ਼ਚਿਤ ਤੌਰ ਤੇ ਕੁਝ ਦਰਜਨ ਸਮੁੰਦਰੀ ਸ਼ਿਕਾਰੀ ਆਪਣੀ ਜ਼ਿੰਦਗੀ ਲਈ ਲੋਕਾਂ ਦੇ ਕਰਜ਼ੇ ਵਿੱਚ ਹਨ। ਸ਼ਾਇਦ ਇਸੇ ਕਰਕੇ ਉਹ ਕਈ ਵਾਰ ਸਾਡੇ ਨਾਲ ਇੰਨਾ ਖੁਸ਼ੀ ਖੇਡਦੇ ਹਨ। ਖੁਸ਼ਕਿਸਮਤੀ ਨਾਲ ਮੋਰਾਂ ਨਾਲ ਜਿਵੇਂ ਨਹੀਂ, ਘੱਟੋ ਘੱਟ ਆਮ ਤੌਰ ਤੇ ਤਾਂ ਨਹੀਂ। ਇਹ ਸਾਰਾ ਦ੍ਰਿਸ਼ ਸੁਹਾਵਣਾ, ਇਨਸਾਨੀਅਤ ਅਤੇ ਮਜ਼ਾਕੀਆ ਲੱਗਦਾ ਹੈ। ਬਹੁਤ ਹੀ ਪਿਆਰਾ। ਉਦਾਹਰਨ ਵਜੋਂ, ਇਸ ਆਰਕਾ, ਜਿਸ ਦਾ ਨਾਮ ਲੂਨਾ ਹੈ, ਨੇ ਆਪਣਾ ਪਰਿਵਾਰ ਗਵਾ ਦਿੱਤਾ ਹੈ ਅਤੇ ਲੋਕਾਂ ਨਾਲ ਇੰਨਾ ਮਸ਼ਗੂਲ ਹੋ ਗਿਆ ਹੈ ਕਿ ਇਹ ਖੇਡਣ ਵਾਲੇ ਕੁੱਤੇ ਵਰਗਾ ਵਿਵਹਾਰ ਕਰਦਾ ਹੈ, ਇੱਕ ਬਹੁਤ ਹੀ ਭਾਰੀ ਸਮੁੰਦਰੀ ਕੁੱਤਾ। ਜਦੋਂ ਤੁਸੀਂ ਦੇਖਦੇ ਹੋ ਕਿ ਆਰਕਾ ਲੋਕਾਂ ਨਾਲ ਕਿਵੇਂ ਖੇਡਦੇ ਹਨ, ਤਾਂ ਤੁਸੀਂ ਇੱਕ ਪਲ ਲਈ ਭੁੱਲ ਜਾਂਦੇ ਹੋ ਕਿ ਉਹ ਨਿਰਦਈ ਸ਼ਿਕਾਰੀ ਹਨ ਅਤੇ ਸਮੁੰਦਰ ਵਿੱਚ ਉਹਨਾਂ ਦਾ ਕੋਈ ਮੋੜ ਨਹੀਂ ਹੈ। ਅਤੇ ਜੇ ਤੁਸੀਂ ਫਰੀ ਵਿਲੀ ਦੇਖਿਆ ਹੈ, ਤਾਂ ਤੁਹਾਨੂੰ ਲਾਜ਼ਮੀ ਮਹਿਸੂਸ ਹੋਵੇਗਾ ਕਿ ਤੁਹਾਡੇ ਨਾਲ ਬੇਸ਼ਰਮੀ ਨਾਲ ਧੋਖਾ ਕੀਤਾ ਜਾ ਰਿਹਾ ਹੈ। ਅਤੇ ਇਹ ਸੱਚ ਹੈ, ਹਾਲੀਵੁੱਡ ਸਭ ਤੋਂ ਵੱਡਾ ਧੋਖੇਬਾਜ਼ ਹੈ। ਇੱਥੋਂ ਤੱਕ ਕਿ ਉਹ ਆਰਕਾ ਜੋ ਐਕਵੇਰੀਅਮ ਵਿੱਚ ਪ੍ਰਦਰਸ਼ਨ ਕਰਦੇ ਹਨ, ਮਿੱਠੇ ਅਤੇ ਭਲੇ ਪ੍ਰਾਣੀ ਨਹੀਂ ਹਨ। ਸਭ ਤੋਂ ਵਧੀਆ ਅਤੇ ਡਰਾਉਣਾ ਉਦਾਹਰਣ ਟਿਲਿਕਮ ਹੈ, ਇੱਕ ਪ੍ਰਸ਼ਿਸ਼ਤ ਨਰ ਜੋ ਘੱਟੋ ਘੱਟ 3 ਮਨੁੱਖਾਂ ਦੀ ਹੱਤਿਆ ਵਿੱਚ ਸ਼ਾਮਲ ਸੀ। ਪਹਿਲੀ ਹੱਤਿਆ ਕੈਲਟੀ ਬਰਨ ਦੀ ਸੀ, ਜੋ ਫਿਸਲ ਕੇ ਇੱਕ ਪੂਲ ਵਿੱਚ ਡਿੱਗ ਗਈ ਜਿੱਥੇ ਟਿਲਿਕਮ ਅਤੇ ਹੋਰ 2 ਆਰਕਾ ਸਨ। ਉਹਨਾਂ ਨੇ ਕੁੜੀ ਨੂੰ ਆਪਣੇ ਜਬੜਿਆਂ ਵਿੱਚ ਫੜ ਕੇ ਆਪਸ ਵਿੱਚ ਸੁੱਟਿਆ, ਉਸ ਨੂੰ ਪਾਣੀ ਵਿੱਚ ਡੁਬੋਇਆ ਅਤੇ ਉਸ ਨੂੰ ਉੱਪਰ ਨਹੀਂ ਆਉਣ ਦਿੱਤਾ। ਕੈਲਟੀ ਡੁੱਬ ਗਈ। ਦੂਸਰਾ ਸ਼ਿਕਾਰ ਉਹ ਆਦਮੀ ਸੀ ਜੋ ਐਕਵੇਰੀਅਮ ਬੰਦ ਹੋਣ ਤੋਂ ਬਾਅਦ ਟਿਲਿਕਮ ਦੇ ਪੂਲ ਵਿੱਚ ਚੁਬੱਕੇ ਨਾਲ ਦਾਖਲ ਹੋ ਗਿਆ। ਪਰ ਤੀਜਾ ਹਮਲਾ ਸਭ ਤੋਂ ਡਰਾਉਣਾ ਸੀ। ਆਰਕਾ ਨੇ ਇੱਕ ਅਨੁਭਵੀ ਟ੍ਰੇਨਰ ਡੌਨ ਬ੍ਰਾਂਚੋ ਨੂੰ ਬਾਲਾਂ ਨਾਲ ਫੜ ਕੇ ਪਾਣੀ ਵਿੱਚ ਘਸੀਟਿਆ। ਸਿੱਧੇ ਪ੍ਰੋਗਰਾਮ ਦੇ ਸ਼ੁਰੂ 'ਚ ਹੈਰਾਨ ਦਰਸ਼ਕਾਂ ਦੇ ਸਾਹਮਣੇ ਟਿਲਿਕਮ ਨੇ ਉਸ ਨੂੰ ਇੱਕ ਖਿਡੌਣੇ ਵਾਂਗ ਖੇਡਿਆ। ਜਦੋਂ ਤੱਕ ਲੋਕ ਡੌਨ ਤੱਕ ਪਹੁੰਚੇ, ਉਹ ਮਰ ਚੁੱਕੀ ਸੀ। ਸ਼ਿਕਾਰੀ ਦੇ ਬਾਰੇ ਕੀ? ਖੈਰ, ਉਸਨੇ ਥੋੜੀ ਦੇਰ ਬਾਅਦ ਵਾਪਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੈਸੇ ਖਰਾਬ ਨਾ ਹੋਣ ਦਿਓ। ਇਹ ਹਾਦਸਾ ਓਰਲੈਂਡੋ ਦੇ ਸੀਵਰਲੈਂਡ ਐਮਿਊਜ਼ਮੈਂਟ ਪਾਰਕ ਵਿੱਚ ਵਾਪਰਿਆ। ਪਰ ਆਰਕਾ ਸਿਰਫ ਉੱਥੇ ਹੀ ਨਹੀਂ ਰੱਖੇ ਜਾਂਦੇ। ਮੈਨੂੰ ਲੱਗਦਾ ਹੈ ਕਿ ਉਹ ਹਰ ਸੀਵਰਲੈਂਡ ਐਕਵੇਰੀਅਮ ਵਿੱਚ ਹੁੰਦੇ ਹਨ ਅਤੇ ਉਹ ਕਿਸੇ ਵੀ ਥਾਂ ਆਪਣੀ ਜੰਗਲੀ ਆਦਤਾਂ ਨੂੰ ਨਹੀਂ ਭੁੱਲਦੇ। ਉਹ ਸ਼ਿਕਾਰੀ ਹਨ ਜਿਨ੍ਹਾਂ ਦਾ ਸਮੁੰਦਰ ਵਿੱਚ ਕੋਈ ਬਰਾਬਰ ਦਾ ਮੁਕਾਬਲਾ ਨਹੀਂ ਹੈ। ਉਹ ਸ਼ਕਤੀਸ਼ਾਲੀ ਅਤੇ ਹੋਸ਼ਿਆਰ ਹਨ, ਤਾਂ ਹੀ ਕਿਉਂ ਨਾ ਪੂਲ ਦੇ ਵਿਚਕਾਰ ਸ਼ਿਕਾਰ ਕਰਨ। ਅਤੇ ਸੀਵਰਲੈਂਡ ਸੈਨ ਡਿਏਗੋ ਵਿੱਚ ਆਰਕਾ ਸਿਰਫ ਉਸ ਸਮੇਂ ਹਮਲਾ ਨਹੀਂ ਕਰਦੇ ਜਦੋਂ ਉਹਨਾਂ ਦੇ ਸਾਹਮਣੇ ਕੁਝ ਖਾਣ ਯੋਗ ਹੁੰਦਾ ਹੈ। ਉਹ ਚੁੱਗੇ ਨੂੰ ਨੇੜੇ ਲਿਆਉਣ ਲਈ ਚਾਲ ਚੱਲਦੇ ਹਨ। ਉਹ ਇਹ ਸਭ ਦੀ ਕਰਦੇ ਹਨ। ਮੱਛੀ ਦੇ ਕੁਝ ਟੁਕੜੇ ਸੁੱਟਦੇ ਹਨ। ਉਹ ਕੀ ਹੈ? ਮੱਛੀ। ਹਾਂ, ਮੱਛੀ ਦੇ ਕੁਝ ਟੁਕੜੇ ਨੇੜੇ ਸੁੱਟਦੇ ਹਨ ਅਤੇ ਫਿਰ ਉਡੀਕ ਕਰਦੇ ਹਨ ਅਤੇ ਇਹ ਕੰਮ ਕਰਦਾ ਹੈ। ਆਰਕਾ ਕਦੇ
ਕਦੇ ਸਿਰਫ ਸ਼ਿਕਾਰ ਕਰਨ ਦੇ ਮਕਸਦ ਨਾਲ ਪੰਛੀਆਂ ਦਾ ਸ਼ਿਕਾਰ ਕਰਦੇ ਹਨ। ਉਹ ਖੇਡ ਰਹੇ ਹਨ, ਪਰ ਤੁਸੀਂ ਜਾਣਦੇ ਹੋ, ਸ਼ਾਇਦ ਤਿਲਕਮ ਦੀ ਨਜ਼ਰ ਵਿੱਚ ਸਾਰੇ ਸ਼ਿਕਾਰ ਵੀ ਖੇਡ ਦਾ ਹਿੱਸਾ ਸਨ। ਮੈਂ ਤਾਂ ਆਰਕਾ ਤੋਂ ਜਿੰਨਾ ਦੂਰ ਹੋ ਸਕੇ ਰਹਿਣਾ ਪਸੰਦ ਕਰਾਂਗਾ, ਖਾਸ ਕਰਕੇ ਜੇ ਉਹ ਕੈਦ ਵਿੱਚ ਹਨ ਅਤੇ ਮਨੁੱਖਾਂ ਦੇ ਬਹੁਤ ਆਦੀ ਹੋ ਚੁੱਕੇ ਹਨ। ਕੀ ਪਤਾ ਉਹ ਸਾਨੂੰ ਵੀ ਸਿਰਫ ਪਤਲੇ ਵੱਲੋਂ ਭਰੇ ਮੋਰ ਸਮਝਦੇ ਹੋਣ। ਫਿਰ ਮਿਲਾਂਗੇ।